ਸਾਹਿਬ ਜੀ। ਰੀਤਾ ਜਿਨੀ ਕਮੀ ਨਾਹਿ ਗੁਣ, ਤੇ ਕਮੜੇ ਵਿਸਾਰ। ਮਤ ਸਰਵਿੰਦਾ ਥੀਵਈ, ਸਾਈਂ ਦੇ ਦਰਬਾਰ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਆਪਨੜੇ ਗਰੀਬਾਨ ਮੈਂ, ਸਿਰ ਨੀਵਾਂ ਕਰ ਦੇਖ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪ ਸਵਾਰੈ ਮੈਂ ਮਿਲਹਿ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ, ਸ੍ਰੀ ਗੁਰੂ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਬਾਇਮਾਨ ਹੋਏ ਬੈਠੇ ਸਤਸੰਗੀ ਜਨੋਂ, ਸਾਹਿਬਾਨ ਦੀ ਕਿਰਪਾ ਹੋਈ ਹੈ। ਇਸ ਸਥਾਨ ਤੇ ਗੁਰੂ ਕੀਆਂ ਵਡਿਆਈਆਂ ਜੋ ਬਾਬਾ ਫਰੀਦ ਜੀ ਦੀ ਬਾਣੀ ਦੇ ਰਾਹੀਂ ਅਸੀਂ ਸਰਵਣ ਕਰ ਰਹੇ ਹਾਂ, ਨਾਲ ਹੀ ਆਪੇ ਦੀ ਪਰਚੋਲ ਜੋ ਬਾਣੀ ਨੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕੀਤੀ ਹੈ। ਸੋ ਅੱਜ ਦਾ ਪਾਵਨ ਸ਼ਲੋਕ 95 ਨੰਬਰ ਸ਼ਲੋਕ 95 ਨੰਬਰ 1380 ਦੇ ਉੱਤੇ ਇਹ ਦਰਜ ਹੈ। ਬਾਬਾ ਫਰੀਦ ਜੀ ਇਸ ਲੜੀ ਰਾਹੀਂ ਇਹ ਗੱਲ ਪਿੱਛੇ ਸਮਝਾਈ ਕਿ ਇੰਨੀ ਚਲ ਗਈ, ਫਰੀਦਾ ਲੋਕਾ ਆਪੋ ਮੈਂ ਆਪਣੀ ਪਈ। ਲੋਕਾਂ ਨੂੰ ਆਪੋ ਆਪਣੀ ਪਈ ਹੋਈ ਹੈ,
ਕਿ ਉਹ ਸਰੀਰ ਨੂੰ ਬਚਾਉਣ ਦੇ ਸਾਰੇ ਯਤਨ ਕਰ ਰਹੇ ਹਨ ਅਤੇ ਵੰਨ ਸੁਵੰਨੇ ਪਦਾਰਥਾਂ ਵਾਸਤੇ ਉਦਮ ਕਰ ਰਹੇ ਹਨ। ਆਓ ਕਿ ਜਿਹੜੇ ਜੀਵ ਨੇ ਸੰਸਾਰ ਦੇ ਵਿੱਚ ਉਹ ਦੁਨੀਆ ਵਾਲੀ ਧੁਨ 'ਚ ਲੱਗੇ ਹੋਏ ਨੇ, ਪਰ ਮੇਰੀ ਆਪਣੀ ਫਿਕਰ ਹੈ ਕਿ ਇਹ ਸਰੀਰ ਸ਼ਮਸ਼ਾਨ ਘਾਟ ਤੱਕ ਪਹੁੰਚੇ। ਉਸ ਤੋਂ ਪਹਿਲਾਂ ਮੇਰੀ ਆਤਮਾ ਨਿਰੰਕਾਰ ਦੇ ਘਰ ਤੱਕ ਪਹੁੰਚ ਜਾਏ। ਬਾਬਾ ਫਰੀਦ ਜੀ ਕਹਿੰਦੇ, ਫਿਰ ਪਰਮਾਤਮਾ ਨੇ ਮੈਨੂੰ ਦੱਸਿਆ, ਫਰੀਦ, ਪਰਮਾਤਮਾ ਦੇ ਘਰ ਵਿੱਚ ਜੇ ਤੂੰ ਥਾਂ ਚਾਹੁੰਦਾ ਹੈ ਔਰ ਇਹ ਸਰੀਰ ਸ਼ਮਸ਼ਾਨ ਘਾਟ ਜਾਏ, ਉਸ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਰ, ਆਪਣੇ ਆਪੇ ਦੀ ਪਰਚੋਲ ਕਰ। ਜਿੱਥੇ ਕਿ ਆਪਣੇ ਆਪ ਨੂੰ ਸਵਾਰ ਕੇ ਆਪਣੇ ਨਾਲ ਜੁੜਿਆਂ ਤੈਨੂੰ ਆਤਮਿਕ ਸੁੱਖ ਮਿਲੇਗਾ, ਉੱਥੇ ਤੂੰ ਦੁਨੀਆ ਵਾਲਾ ਪਿਆਰ ਛੱਡ ਕੇ ਪਰਮੇਸ਼ਰ ਦੇ ਪਿਆਰ ਨੂੰ ਹਾਸਲ ਕਰ ਲਏਗਾ। ਇਸ ਤਰ੍ਹਾਂ ਸਾਰਾ ਜਗਤ ਤੇਰਾ ਬਣ ਜਾਵੇਗਾ। ਸੋ ਆਓ, ਬਾਬਾ ਫਰੀਦ ਜੀ ਨੇ ਜੋ ਸਾਨੂੰ ਪ੍ਰੇਰਨਾ ਦਿੱਤੀ ਹੈ, ਇੱਕੋ ਹੀ ਸ਼ਲੋਕ ਦੀ ਅੱਜ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਔਰ ਸਮਝਣ ਦਾ ਯਤਨ ਕਰਨਾ ਹੈ ਕਿ ਆਪਣੇ ਆਪ ਨੂੰ ਅਸੀਂ ਕਿਵੇਂ ਸਵਾਰਨਾ ਹੈ। ਕਿਉਂਕਿ ਆਪਣੇ ਆਪ ਦੀ ਪਰਚੋਲ ਹੀ, ਆਪਣੇ ਆਪ ਦੀ ਖੋਜ ਹੀ ਪਰਮਾਤਮਾ ਦੀ ਖੋਜ ਹੈ। ਸੋ ਆਓ, ਜਿਤਨੀਆਂ ਵੀ ਸੰਗਤਾਂ ਇਹ ਪ੍ਰੋਗਰਾਮ ਸਰਵਣ ਕਰ ਰਹੀਆਂ ਹਨ, ਕਿਉਂਕਿ ਮੈਂ ਦੇਖ ਰਿਹਾ ਹਾਂ ਕਿ ਧਾਰਮਿਕ ਚੀਜ਼ਾਂ ਨੂੰ ਲੋਕ ਘੱਟ ਹੀ ਸੁਣ ਰਹੇ ਹਨ। ਜਿਹੜੇ ਲੋਕ ਕਹਿੰਦੇ ਸਨ ਸਾਡੇ ਕੋਲ ਸਮਾਂ ਨਹੀਂ ਗੁਰੂ ਘਰ ਆਉਣ ਦਾ, ਕਥਾ ਕੀਰਤਨ ਸੁਣਨ ਦਾ, ਬਾਣੀ ਪੜ੍ਹਨ ਦਾ, ਜਿਹੜੇ ਨੀਰਾ ਇਹ ਤਰਕ ਖੜਾ ਕਰਦੇ ਸਨ ਕਿ ਸਮਾਂ ਦੀ ਘਾਟ ਹੈ, ਕੀ ਕਰੀਏ। ਪਰ ਹੈਰਾਨੀ ਦੀ ਗੱਲ ਕਿ 95% ਲੋਕ ਇਤਨਾ ਖੁੱਲਾ ਸਮਾਂ ਗੁਸਤਾਖੀ ਮਾਪ ਅਸੀਂ ਬਰਬਾਦ ਹੀ ਕਰ ਰਹੇ ਹਾਂ, ਸਭ ਨਹੀਂ ਕਰ ਰਹੇ। ਦੁਨੀਆ ਦੇ ਵਿੱਚ 5% ਲੋਕ ਹੀ ਮੁਸ਼ਕਿਲ ਨਾਲ ਧਾਰਮਿਕ ਰਹੋ ਰੀਤਾਂ ਨੂੰ ਕਮਾ ਰਹੇ ਨੇ ਜਾਂ ਆਪੋ ਆਪਣੇ ਧਰਮ ਦੀ ਤਾਲੀਮ ਹਾਸਲ ਕਰ ਰਹੇ ਹਨ ਇਹਨਾਂ ਦਿਨਾਂ ਦੇ ਵਿੱਚ। ਨਹੀਂ ਤਾਂ 95% ਲੋਕ ਐਸੇ ਨੇ ਜੋ ਗਲਤ ਚੀਜ਼ਾਂ ਹੀ ਰਿਸਰਚ ਕਰ ਰਹੇ ਹਨ। ਪਿਛਲੇ ਦਿਨਾਂ ਵਿੱਚ ਹੀ ਯੂਰਪ ਦੀ ਇੱਕ ਸੰਸਥਾ ਨੇ ਰਿਸਰਚ ਕੀਤੀ ਤੇ ਪਤਾ ਚੱਲਿਆ ਕਿ 95% ਲੋਕ ਗੂਗਲ 'ਤੇ ਜਾ ਕੇ ਗੰਦੀਆਂ ਮੰਦੀਆਂ ਚੀਜ਼ਾਂ ਹੀ ਰਿਸਰਚ ਕਰ ਰਹੇ ਹਨ ਔਰ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਸਾਡੇ ਦੇਸ਼ 'ਚ ਗਿਣਤੀ ਹੈ। ਔਰ ਸਾਡਾ ਦੇਸ਼ ਵੱਖ-ਵੱਖ ਧਰਮਾਂ ਦੇ ਨਾਲ, ਰੀਤੀ ਰਿਵਾਜ਼ਾਂ ਦੇ ਨਾਲ, ਵੱਖ-ਵੱਖ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ, ਸਾਧਨਾਵਾਂ ਦੇ ਨਾਲ ਜੁੜਿਆ ਹੋਇਆ। ਪਰ ਹੈਰਾਨੀ ਦੀ ਗੱਲ ਕਿ ਜਿਤਨਾ ਅਸੀਂ ਵਿਕਾਰੀ ਦੁਨੀਆ ਵਿੱਚ ਜ਼ਿਆਦਾ ਗਲਤਾਨ ਹੋਏ ਹਾਂ, ਸ਼ਾਇਦ ਜਿਹੜੇ ਮੁਲਕ ਧਾਰਮਿਕ ਨਹੀਂ, ਧਾਰਮਿਕ ਰੀਤੀ ਰਿਵਾਜ ਨਹੀਂ ਕਰਦੇ, ਉਹ ਵੀ ਇਤਨੇ ਉਸ ਪਾਸੇ ਨਹੀਂ ਲੱਗੇ ਹੋਏ। ਸੋ ਆਓ, ਜਿਹੜੇ ਜੁੜੇ ਨੇ, ਆਪਾਂ ਆਪਣੇ
ਆਪ ਨੂੰ ਹੀ ਸਵਾਰਨ ਦਾ ਯਤਨ ਕਰਨਾ ਹੈ, ਆਪਣੇ ਆਪ ਨੂੰ ਹੀ ਸਮਝਣ ਦਾ ਯਤਨ ਕਰਨਾ ਹੈ। ਸੋ ਕੁਝ ਵਿਚਾਰਾਂ ਇਸ ਸਲੋਕ ਦੇ ਨਾਲ ਮਿਲਦੀਆਂ ਜੁਲਦੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ। ਆਪ ਜੀਆਂ ਨੇ ਅਸੀਸਾਂ ਬਖਸ਼ਣੀਆਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਜਗਤ ਵਿੱਚ ਹਰ ਇੱਕ ਮਨੁੱਖ ਇਹ ਦਾਅਵਾ ਕਰ ਰਿਹਾ ਹੈ ਕਿ ਮੈਂ ਜਗਤ ਨੂੰ ਸੁੰਦਰ ਬਣਾ ਰਿਹਾ ਹਾਂ। ਇੱਕ ਵੀ ਮਨੁੱਖ ਜਿਹੜਾ ਵਿਗਾੜ ਰਿਹਾ ਹਾਂ। ਇਹ ਇਸ ਵੇਲੇ ਕਿ ਮੈਂ ਜਗਤ ਨੂੰ ਸਵਾਰਨ ਯੋਗਦਾਨ ਪਾ ਰਿਹਾ ਹਾਂ। ਔਰ ਹਰ ਇੱਕ ਮਨੁੱਖ ਦੀ ਸੋਚ ਇਸ ਤਰ੍ਹਾਂ ਦੀ ਹੈ ਕਿ ਇਹ ਜਗਤ ਦਾ ਹੀ ਵਿਗੜਿਆ ਹੋਇਆ ਹੈ, ਇਸ ਸਵਾਰਨ ਦਾ ਯਤਨ ਕਰ ਰਿਹਾ ਹਾਂ ਔਰ ਆਪਣਾ ਹਿੱਸਾ ਭਰਿਆ। ਇਸ ਤਰ੍ਹਾਂ ਦੀ ਵਿਚਾਰ ਜਿਹੜੀ ਹੈ ਮਨੁੱਖ ਮਨ ਵਿੱਚ ਚੱਲ ਰਹੀ ਹੈ। ਇੱਥੇ ਤੱਕ ਕਿ ਪਾਂਡਵਾਂ ਦੇ ਵਿੱਚੋਂ ਰਾਜਾ ਜਨਮੇ ਜਿਹੜਾ ਕਿ ਸੁਣਦਾ ਹੈ ਔਰ ਉਹ ਬੜੇ ਰਸ ਵਿੱਚ ਪਾਂਡਵਾਂ ਦਾ ਇਤਿਹਾਸ ਸੁਣਾਉਂਦਾ ਹੈ। ਔਰ ਜਦੋਂ ਉਸਨੇ ਕਥਾ ਸੁਣਾਈ ਰਾਜੇ ਜਨਮੇਜੇ ਨੂੰ ਤੇ ਸੱਚ ਜਾਣਨਾ, ਰਾਜੇ ਜਨਮੇਜੇ ਨੇ ਆਖਿਆ ਵੀ ਜੇ ਮੇਰੇ ਵੱਡੇ ਸਨ, ਮੇਰੇ ਪੂਰਵਜ ਸਨ, ਉਹ ਅਕਲਮੰਦ ਨਹੀਂ ਸਨ। ਔਰ ਜਿਹੜੀਆਂ ਗਲਤੀਆਂ ਰਾਜਗੁਰੂ ਨੇ ਉਸਨੂੰ ਦੱਸਿਆ ਔਰ ਇਹਨਾਂ ਤੋਂ ਤੈਨੂੰ ਦੁੱਖ ਹੋਵੇਗਾ, ਉਹ ਸਾਰੇ ਔਰ ਇਹ ਸਾਰੀ ਕਥਾ ਜਿਹੜੀ ਹੈ ਤੁਸੀਂ ਜੇ ਕਿਤੇ ਪੜ੍ਹਨੀ ਹੋਵੇ ਤੇ ਦਸਮ ਗ੍ਰੰਥ ਵਿੱਚ ਲਿਖੀ ਹੋਈ ਹੈ ਰਾਜੇ ਜਨਮੇਜੇ ਦੀ। ਸੋ ਹਰ ਇੱਕ ਮਨੁੱਖ ਆਖ ਰਿਹਾ ਕਿ ਸੰਸਾਰ ਦੇ ਆਉਣ ਤੋਂ ਪਹਿਲੇ ਦਾ ਹੀ ਵਿਗੜਿਆ ਹੋਇਆ ਹੈ। ਮੈਂ ਸੰਸਾਰ ਨੂੰ ਸਵਾਰ ਰਿਹਾ ਹਾਂ, ਚੰਗਾ ਬਣਾ ਰਿਹਾ ਹਾਂ ਔਰ ਹਰ ਇੱਕ ਮਨੁੱਖ ਦਾ ਯਤਨ ਹੈ। ਹੁਣ ਹੈਰਾਨੀ ਦੀ ਗੱਲ ਕਿ ਜੇ ਸਾਰੇ ਲੋਕ ਹੀ ਸੰਸਾਰ ਨੂੰ ਸਵਾਰਨ ਤੇ ਲੱਗੇ ਹੋਏ ਨੇ, ਸੰਸਾਰ ਨੂੰ ਸੁੰਦਰ ਬਣਾਉਣ ਤੇ ਲੱਗੇ ਹੋਏ ਨੇ, ਫਿਰ ਜਗਤ ਰੋਜ਼-ਰੋਜ਼ ਹੋਰ ਕੁਰੂਪ ਕਿਉਂ ਹੁੰਦਾ ਜਾ ਰਿਹਾ ਹੈ? ਸੰਸਾਰ ਦੀ ਕੁਰੂਪਤਾ ਵਧੀ ਜਾ ਰਹੀ ਹੈ। ਜਗਤ ਰੋਜ਼-ਰੋਜ਼ ਕੁਰੂਪ ਹੁੰਦਾ ਜਾ ਰਿਹਾ ਹੈ। ਵਿਵਚਾਰੀ, ਵਿਕਾਰੀ, ਹਰ ਰੋਜ਼ ਅਪਰਾਧ ਵਧੇ ਜਾ ਰਹੇ ਨੇ, ਬਲਤਕਾਰ ਵਧੇ ਜਾ ਰਹੇ ਨੇ, ਬੁਰਾਈਆਂ ਵਧੀਆਂ ਜਾ ਰਹੀਆਂ ਹਨ ਔਰ ਫਿਰ ਵੀ ਬੰਦਾ ਕਹਿ ਰਿਹਾ ਕਿ ਮੈਂ ਜਗਤ ਨੂੰ ਸਵਾਰ ਰਿਹਾ। ਸੰਸਾਰ ਨੂੰ ਗਹੁ ਨਾਲ ਤੱਕਾਂਗੇ, ਦੇਖਾਂਗੇ, ਸਮਝਾਂਗੇ ਤੇ ਪਤਾ ਚੱਲਦਾ ਕਿ ਸੰਸਾਰ ਨੂੰ ਉਹ ਲੋਕ ਸਵਾਰਨ ਤੇ ਲੱਗੇ ਹੋਏ ਨੇ ਜਿਹੜੇ ਕਿ ਆਪ ਸਵਰੇ ਹੋਏ ਨਹੀਂ। ਬੇਕਾਰ ਤੋਂ ਬੇਕਾਰ ਮਨੁੱਖ ਵੀ ਸੰਸਾਰ ਨੂੰ ਚੰਗੀ ਕਾਰ ਦੀ ਸਿੱਖਿਆ ਦੇ ਰਿਹਾ ਹੈ, ਚੰਗੇ ਕੰਮਾਂ ਦੀ ਸਿੱਖਿਆ ਦੇ ਰਿਹਾ ਹੈ। ਮਾੜੇ ਤੋਂ ਮਾੜਾ ਮਨੁੱਖ ਵੀ ਸੰਸਾਰ ਦੇ ਵਿੱਚ ਰੱਬੀ ਗਿਆਨ, ਇੱਥੇ ਤੱਕ ਕਿ ਜਿਹੜੇ ਮਨੁੱਖ ਇਤਨੇ ਬੇਕਾਰ ਨੇ ਕਿ ਆਪਣੀ 2 ਰੋਟੀਆਂ ਕਮਾਉਣ ਜੋਗੇ ਨਹੀਂ, ਉਹ ਵੀ ਸੰਸਾਰ ਨੂੰ ਆਤਮਿਕ ਗਿਆਨ ਬਣ ਰਹੇ ਹਨ
पर लोक दा स्वर्ग दा सुख बन रहे हैं जिन्हां दे जीवन विच आप सुख नहीं है, जिहड़े आप संसार दे विच इत्थे दुखी हैं। और इस तरह संसार जिहड़ा है वो रोज रोज कुरूप हुंदा जा रहा है। संसार जिहड़ा है रोज रोज विकार विचार हैं। ਤੇ ਸੰਸਾਰ ਜੇ ਇਸ ਤਰ੍ਹਾਂ ਰੋਜ਼ ਬੁਰਾਈਆਂ ਵਾਲੇ ਪਾਸੇ ਜਾ ਰਿਹਾ ਹੈ, ਔਗਣਾ ਵਾਲੇ ਪਾਸੇ ਜਾ ਰਿਹਾ, ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਫਿਰ ਅਸੀਂ ਸੰਸਾਰ ਨੂੰ ਸਵਾਰ ਸਕਦੇ? ਮੈਂ ਕਈ ਵਾਰੀ ਸੋਚਦਾ ਹਾਂ, ਜਿਤਨਾ ਮਰਜ਼ੀ ਸੁੰਦਰ ਹੋਵੇ, ਵੱਡਾ ਹੋਵੇ, ਪਰ ਚਾਰ ਚਫੇਰੇ ਹੋਣ ਤੇ ਉਹ ਮਕਾਨ ਕਿੰਨਾ ਕੁ ਰਹਿ ਸਕਦਾ ਹੈ? उसकी खूबसूरती, उसकी सुंदरता कितना चिर रह सकती है? इस तरह ही संसार जिहड़ा कह रहा है कि असीं जगत नूं सवार रहे हाँ, पर इस कुदरत रूप नूं जगत के लोग ढाण ते लगे हुए ने और चारों पासों लगे ने। एक रुख है, उस रुख नूं चारे पासों कटण वाले लगे हुए ने और कह रहे ने कि रुख नूं कट कट के असीं तां रुख नूं कि बेनती करे दास कि असी रुख नूं वढ दिता, कट दिता और पानी पाओ ते वो हरा कदी भी नहीं रह सकता। संसार दा होया, जगत दा होया कि जगत ने इस संसार नूं चंगी तरह कटिया वढिया। रुख नूं असी आप ही सुका रहे हैं जगत रूपी, और फिर उपरों पानी पाने का भी यतन कर रहे हैं। जड़ असी आप वड़ दी है और फिर पानी पाने का यतन किया जा रहा है। इस करके संसार होर सुकदा जा रहा है, दुखी हुंदा जा रहा है, कुरूप हुंदा जा रहा है। बुराइयां जिहड़ियां ने वो वधियां जा रही हैं, क्योंकि अज ज्ञान वो लोग बन रहे हैं जिन्हां नूं अपने आप का भी ज्ञान नहीं, अपने आप की भी सोझी नहीं, अपने आप की भी समझ नहीं, जिन्होंने अपना मूँह तक धोना नहीं आता, अपने आप की सुचमता नहीं रख सकते, वो लोगों के हिरदे नूं पवित्र कर रहे हैं, लोगों के जीवन नूं सवार रहे हैं। ऐसे बंदे अपने आप नूं संत साध ब्रह्म ज्ञानी ज्ञानी अखवा रहे हैं। और सच जानना, गुरु नानक पातशाह ने आख्या सी कि कुल्हा लैंदे बाबले बड़े बड़े निलज, कि वो मनुखा दे कुलां नूं गाल है, वो निलज ने जिहड़े संसार नूं सवारन ते लगे ने। ते उन्हां दी हालत ऐसी है जिवें चूहे दे कोलों आप खुड विच ना वड़िया होवे, पर नाल छज बन लवे ते आखे मैं छज लैके खुड विच चला जावांगा। गुरु नानक पातशाह कहते हैं, भाई भी इस तरह किवें तुसीं संसार नूं पार उतार लओगे? आप तां तुहाडा जीवन गरकिया होया है, आप तां तुहाडा जीवन लोभ स्वार्थ दे विच करोगे, संसार दा की उद्धार करोगे? पर मनुख की एक हालत है कि संसार दे ये मनुख आप दुखी ने। चाहिदा तो ये सी कि जिस गल तो मैं दुखी होया है, जिस गल तो मैनू परेशानी हुई है, मैं जगत नूं दसदा भी तुसीं भी इस गल तो दुखी होवोगे, ये काम छड्ड दिओ, ये काम चंगा नहीं है। पर हैरानी इस गल की है कि जिस गल तो मैं दुखी होया है, मैं उही चीज़ां लोकां नूं दस रहा भी ये काम तुसीं। सौखी गल समझ लेना। एक मैं गाथा पढ़ रहा सी, कहते ने एक मनुख किसी दूजे मनुख कोल गया तो कहता है मेरी गऊ बीमार है। उस मनुख ने उसनों काढ़ा दस दिता, कई चीज़ां मिला के काढ़ा बनाना सी, और प्यार वाले सच जान उसने काढ़ा बनाया। जिहड़ा मनुख पुछण आया सी, काढ़ा बना के गऊ नूं दिता, काढ़ा पी के वो गऊ मर गई।
ਉਹ ਮਨੁੱਖ ਉਸ ਮਨੁੱਖ ਕੋਲ ਆਇਆ ਜਿਸ ਮਨੁੱਖ ਨੇ ਕਾੜਾ ਦੱਸਿਆ ਸੀ ਵੀ ਤੂੰ ਮੇਰੇ ਨਾਲ ਕੀ ਵੈਰ ਕਮਾਇਆ, ਵੀ ਤੇਰੇ ਦੱਸੇ ਹੋਏ ਕਾੜੇ ਦੇ ਨਾਲ ਮੇਰੀ ਗਊ ਮਰ ਗਈ ਹੈ। ਅੱਗੋਂ ਪ੍ਰਸੰਨ ਹੋ ਕੇ ਕਹਿੰਦਾ ਹੈ, ਕਹਿੰਦੇ ਨੇ ਇਸ ਕਾੜੇ ਨਾਲ ਤਾਂ ਮੇਰੀ ਵੀ ਗਊ ਮਰੀ ਸੀ, ਇਸ ਕਾੜੇ ਨਾਲ ਤਾਂ ਮੇਰੀ ਵੀ ਗਊ ਮਰੀ ਸੀ। ਭਾਵ ਕਿ ਜੇ ਮੈਂ ਦੁਖੀ ਹਾਂ ਤੇ ਦੂਜਾ ਸੁਖੀ ਕਿਵੇਂ ਹੋ ਸਕਦਾ? ਜਿਸ ਕਾੜੇ ਨਾਲ ਮੇਰੀ ਗਊ ਮਰੀ ਹੈ ਤੇ ਉਹਨੂੰ ਮੈਂ ਦੱਸਾਂ ਦੂਜੇ ਦੀ ਵੀ ਮਰੇ ਤਾਂ ਮੈਨੂੰ ਪ੍ਰਸੰਨਤਾ ਹੋਏਗੀ। ਮਨੁੱਖ ਦੀ ਐਸੀ ਹਾਲਤ ਹੈ, ਮਨੁੱਖ ਦੀ ਐਸੀ ਦੁਰਗਤੀ ਹੈ ਕਿ ਇਹ ਮਨੁੱਖ ਆਪ ਦੁਖੀ ਹੈ ਔਰ ਦੂਜੇ ਨੂੰ ਇਹ ਆਪਣੇ ਤੋਂ ਵੀ 100 ਗੁਣਾ ਵੱਧ ਦੁਖੀ ਦੇਖਣਾ ਚਾਹੁੰਦਾ ਹੈ। ਗੁਸਤਾਖੀ ਮਾਫ, ਇਹ ਬੰਦੇ ਨੂੰ ਕਦੀ ਸੁਖੀ ਨਹੀਂ ਦੇਖਣਾ ਚਾਹੁੰਦਾ। ਇੱਕ ਹੋਰ ਮੈਂ ਗਾਥਾ ਪੜ੍ਹ ਰਿਹਾ ਸੀ ਕਿ ਇੱਕ ਸਾਹੂਕਾਰ ਨੇ ਆਪਣੀ ਇਸਤਰੀ ਦੇ ਗਹਿਣੇ ਸਾਹੂ ਕੋਲ ਰੱਖ ਕੇ ਔਰ ਕੁਝ ਪੈਸੇ ਉਧਾਰ ਲੈ ਲਏ। ਸਮਾਂ ਸੀ ਮੋੜਨ ਦਾ, ਪਰ ਉਸ ਗਰੀਬ ਬੰਦੇ ਕੋਲੋਂ ਪੈਸਾ ਬਣ ਨਹੀਂ ਸਕਿਆ। ਹੁਣ ਸਾਹੂਕਾਰ ਇਹੀ ਇੰਤਜ਼ਾਰ 'ਚ ਰਹਿੰਦਾ ਸੀ ਵੀ ਜਿਸ ਬੰਦੇ ਕੋਲੋਂ ਪੈਸਾ ਨਾ ਬਣੇ ਤੇ ਉਸ ਕੋਲੋਂ ਚੋਖਾ ਪੈਸਾ ਮੈਂ ਕਮਾ ਲਵਾਂ, ਕਿਉਂਕਿ ਗਹਿਣੇ ਜ਼ਿਆਦਾ ਪੈਸੇ ਦੇ ਸਨ, ਉਸਨੂੰ ਥੋੜ੍ਹੇ ਪੈਸੇ ਦਿੱਤੇ ਸਨ ਤੇ ਉਹ ਯਤਨ ਕਰਦਾ ਸੀ ਕਿ ਆਪਣੀ ਮਰਜ਼ੀ ਨਾਲ ਸੋਨਾ ਵੇਚ ਕੇ ਔਰ ਮੈਂ ਆਪਣੇ ਪੈਸੇ ਰੱਖ ਲਵਾਂ ਔਰ ਬਚੇ ਹੋਏ ਪੈਸੇ ਉਸਨੂੰ ਦੇ ਦੇਵਾਂ। ਇਸ ਨੇ ਇਸ ਮਨੁੱਖ ਨੂੰ ਵੀ ਕਿਹਾ, ਇਹ ਗੱਲ ਇੱਦਾਂ ਹੈ ਵੀ ਅੱਜ ਪੈਸੇ ਦੇਣ ਦਾ ਵਾਰੀ ਹੈ, ਜੇ ਤੂੰ ਮੇਰੇ ਪੈਸੇ ਨਹੀਂ ਦਿੱਤੇ ਤੇ ਮੈਂ ਤੇਰਾ ਰੱਖਿਆ ਹੋਇਆ ਗਰਮੀ ਸੋਨਾ ਜਿਹੜਾ ਉਹ ਵੇਚ ਦੇਣਾ, ਜਿਸ ਭਾਅ ਵਿਕੇਗਾ ਮੈਂ ਵੇਚ ਦੇਣਾ, ਜਿਤਨੇ ਪੈਸੇ ਮੇਰੇ ਹੋਏ ਮੈਂ ਆਪਣੇ ਕੱਟ ਲੈਂਦੇ ਨੇ, ਬਚੇ ਪੈਸੇ ਤੈਨੂੰ ਦੇ ਦੇਣੇ। ਔਰ ਮਨੁੱਖ ਸਿਰ ਦਰਦ ਹੋ ਗਿਆ, ਇਸਤਰੀ ਦੇ ਗਹਿਣੇ ਨੇ ਔਰ ਕੀਮਤੀ ਨੇ, ਪਰ ਮੇਰੇ ਕੋਲ ਪੈਸੇ ਨਹੀਂ, ਪੂਰੀ ਰਾਤ ਨਿੰਦਰ ਨਹੀਂ ਆਈ, ਇਸ ਚੱਕਰ ਵੀ ਸਵੇਰੇ ਸਾਹੂਕਾਰ ਨੇ ਪੈਸੇ ਰੱਖ ਲੈਣੇ ਨੇ, ਗਹਿਣੇ ਵੇਚ ਦੇਣੇ ਹਨ। ਪਿਆਰ ਵੱਲੋਂ ਸੱਚ ਜਾਣਨਾ, ਅੱਧੀ ਰਾਤ ਹੋਈ, ਉਹ ਜਿਹੜਾ ਮਨੁੱਖ ਸੀ ਉਹ ਉੱਠ ਕੇ ਸਾਹੂਕਾਰ ਦੇ ਦਰਵਾਜ਼ੇ ਤੇ ਪਹੁੰਚ ਗਿਆ ਔਰ ਜਾ ਕੇ ਬੂਹਾ ਖੜਕਾਇਆ। ਦੇਖਿਆ ਤੇ ਉਹ ਮਨੁੱਖ ਜਿਸ ਨੇ ਪੈਸੇ ਦੇਣੇ ਸੀ ਤੇ ਸਾਹੂਕਾਰ ਕਹਿੰਦਾ, ਭਲੇ ਮਾਨਸਾ ਜੇ ਪੈਸੇ ਤਿਆਰ ਹੋ ਗਏ ਸਨ ਤੇ ਸਵੇਰੇ ਆ ਕੇ ਦੇ ਦੇਣੇ ਸਨ। ਇਹਨੇ ਸੋਚਿਆ ਸ਼ਾਇਦ ਪੈਸੇ ਦੇਣ ਵਾਸਤੇ ਆਇਆ ਤੇ ਇਸ ਸਾਹੂਕਾਰ ਨੇ ਆਖਿਆ ਜੇ ਪੈਸੇ ਤਿਆਰ ਹੋ ਗਏ ਸਨ ਤਾਂ ਪੈਸੇ ਸਵੇਰੇ ਦੇ ਦੇਣੇ ਸਨ। ਆਖਣ ਲੱਗਾ, ਇਹੀ ਦੱਸਣ ਆਇਆ ਪੈਸੇ ਤਿਆਰ ਨਹੀਂ ਹੋਏ, ਇਹ ਤੈਨੂੰ ਕਹਿਣ ਆਇਆ। ਉਸ ਨੂੰ ਗੁੱਸਾ ਚੜ ਗਿਆ, ਕਿਉਂਕਿ ਨੀਂਦ ਸਾਹੂਕਾਰ ਆਰਾਮ ਦੀ ਨੀਂਦ ਸੋ ਰਿਹਾ ਸੀ ਤੇ ਆਖਣ ਲੱਗਾ, ਤੂੰ ਮੇਰੀ ਨੀਂਦ ਖਰਾਬ ਕਰ ਦਿੱਤੀ ਹੈ, ਚੰਗਾ ਭਲਾ ਮੈਂ ਸੁੱਤਾ ਸੀ, ਐਸਾ ਕਿਉਂ ਕੀਤਾ? ਇਹ ਗੱਲ ਵੀ ਜੇ ਦੱਸਣੀ ਸੀ ਵੀ ਚਲ ਪੈਸੇ ਦਾ ਪ੍ਰਬੰਧ ਨਹੀਂ ਹੋਇਆ, 2-4 ਦਿਨ ਦੀ ਹੋਰ ਮੋਹਲਤ ਮੈਨੂੰ ਦੇ ਦੇ, ਸਵੇਰੇ ਆ ਕੇ ਦੱਸ ਦੇਣੀ ਸੀ। ਇਹ ਕਹਿਣ ਲੱਗਾ, ਸਾਹੂਕਾਰ ਗੱਲ ਇਹ ਹੈ ਕਿ ਮੈਂ ਸੋਚਿਆ ਜੇ ਮੈਨੂੰ ਨਿੰਦਰ ਨਹੀਂ ਆ ਰਹੀ ਤੇ ਸਾਹੂਕਾਰ ਕਿਉਂ ਚੈਨ ਦੀ ਨੀਂਦ ਸੋਵੇ। ਮੈਂ ਜੇ ਪਰੇਸ਼ਾਨ ਹਾਂ, ਮੈਂ ਬੇਚੈਨ ਹਾਂ ਤੇ ਸਾਹੂਕਾਰ ਨੂੰ ਕਿਉਂ ਸੁਣ ਦੇਵਾਂ? ਜੇ ਮੈਂ ਦੁਖੀ ਹਾਂ ਤੇ ਤੈਨੂੰ ਵੀ ਦੁਖੀ ਕਰਾਂਗਾ, ਤੈਨੂੰ ਵੀ ਦੁਖੀ ਕਰਾਂਗਾ। ਇਸ ਕਰਕੇ ਬਾਬਾ ਫਰੀਦ ਜੀ ਆਖਦੇ ਨੇ ਕਿ ਸੰਸਾਰ ਦੇ ਵਿੱਚ ਮਨੁੱਖ ਆਪ ਦੁਖੀ ਹੈ, ਦੂਜਿਆਂ ਨੂੰ ਦੁੱਖ ਦੇ ਰਿਹਾ ਹੈ ਔਰ ਦੁਖੀ ਦੇਖਣਾ ਇਸ ਵਾਸਤੇ ਜ਼ਰੂਰੀ ਹੈ। ਆਪਣੇ ਜੀਵਨ ਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਜੇ ਤੂੰ ਸਿਆਣਾ ਹੈ, ਸਿਆਣੀ ਮੱਤ ਦਾ ਮਾਲਕ ਹੈ ਤੇ ਆਪਣੇ ਕਾਲੇ ਲੇਖ ਨਾ ਲਿਖ। ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਆਪਣੇ ਗਰੀਬਾਨ ਦੇ ਅੰਦਰ, ਆਪਣੇ ਅੰਦਰ ਝਾਤੀ ਮਾਰ ਕੇ ਵੇਖ ਕਿ ਮੇਰੇ ਵਿੱਚ ਕਿਹੜੇ ਔਗੁਣ ਨੇ, ਮੈਂ ਕਿਉਂ ਦੁਖੀ ਹਾਂ, ਮੈਂ ਕਿਉਂ ਪਰੇਸ਼ਾਨ ਹਾਂ। ਔਰ ਸੱਚ ਜਾਣਨਾ, ਜਦੋਂ ਮਨੁੱਖ ਆਪਣੇ ਅੰਦਰ ਵੇਖੇਗਾ, ਆਪਣੇ ਵੱਲ ਉਸਦੀ ਨਿਗਾਹ ਜਾਵੇਗੀ, ਉਸ ਵੇਲੇ ਹੀ ਆਪਣੇ ਤਮਾਮ ਔਗੁਣ, ਤਮਾਮ ਬੁਰਾਈਆਂ ਮਨੁੱਖ ਨੂੰ ਨਜ਼ਰ ਆਉਣਗੀਆਂ। ਔਰ ਗੁਸਤਾਖੀ ਮਾਫ ਉਹਨਾਂ ਚਿਰ ਮਨੁੱਖ ਨੂੰ ਆਪਣੇ ਔਗੁਣ, ਆਪਣੀ ਬੁਰਾਈਆਂ ਦਿਖਾਈ ਨਹੀਂ ਦੇ ਰਹੀਆਂ ਜਿੰਨਾ ਚਿਰ ਮਨੁੱਖ ਦੂਜਿਆਂ ਦੀ ਬੁਰਾਈਆਂ ਦੇਖਣ 'ਚ ਲੱਗਿਆ ਹੈ। ਫਲਾਣੇ ਦੀ ਧੀ 'ਚ ਇਹ ਬੁਰਾਈ ਹੈ, ਫਲਾਣੇ ਦੇ ਲੜਕੇ 'ਚ ਇਹ ਬੁਰਾਈ ਹੈ,
फलाना मनुख ये माड़े काम करता है, क्योंकि सारा कुछ दूजे का देखा जा रहा है तो दूजे सब कुछ ही माड़ा लगता है, दूजे का माड़ा दिखाई देता है पर अपने आप का माड़ा मनुख नूं दिखाई नहीं देता। और इस तरह की हालत में जो कि मनुख दूजे नूं वेखदा है, होर ऐबी हो जाता है, होर विकारी हो जाता है, होर जीवन बर्बाद हो जाता है। इस करके बाबा फरीद कहते फरीदा जे तू अकल लतीफ, काले लिखना लेख, अपनड़े गरीबान में सिर नीवा कर देख। जदों ये सोझी आई कि है मैं अपने वल देखना है, तो अपने वल देखण वाले नूं बाबा फरीद जी कहते मैनू अकाल पुरख ने, अल्लाह ताला ने फिर ये इलम कराया, ये ज्ञान दिता कि जे तू सुरखरू होना चाहना है, तेरा शरीर शमशान घाट विच जावे, तेरी जोत उस तो पहला पहला अल्लाह ताला दे चरनां च पहुँच जाए, एक काम कर आप सवारें मैं मिला। हे फरीद जे तू अपने आप नूं सवार लें, गुस्ताखी माफ, मनुख शरीर नूं सवार रहा है और शरीर नूं सवारदे मनुख अंदरों अनकढ़िया रह जाता है। मनुख अपने शरीर नूं सवार रहा है, अपने रोमां नूं सवार रहा है, अपने आप नूं सवारदा पर अपना आप अनकढ़िया रह जाता है। मन घड़िया नहीं जा रहा, मन सवारिया नहीं जा रहा। इस गल नूं बड़ी तवज्जो नाल समझण दा यतन करना कि मनुख तन नूं सवारिया, पर सतगुर कहंदे देख प्यारिया ये तन तां परमात्मा ने सवार दिता है। जिथे नक लाना सी ला दिता है, जिथे कन लाने सी ला दिते ने, जिथे अखां लाणियां सन ला दित्तियां, जिथे परवट्टे लाने सन मेरे मालक ने ला दिते ने। इस तन दे विच सवारन वास्ते परमात्मा ने कुछ नहीं छड्या, तू इस नूं नहीं सवारना। एक चीज़ परमात्मा ने तेरे विच अनसबरी पाई है, वह है तेरा मन, तन सबरिया होया। और इत्थे तक लिख दिता महाराज ने कि रामैया के गुण चेत प्राणी, कवन मूल ते कवन दृष्टानी, जिन तू साज सवार संगारिया, गर्भ अगन में जिन्हें उबारिया। साजिया सवारिया सिंगारिया, इसका अर्थ है कि शरीर कंप्लीट है, अनकंप्लीट नहीं है। पर पूरी जिंदगी मनुख अपने तन नूं ही सिंगारदा सवारदा अते अपने तन नूं ही निहारदा रहिंदा है। कदी मनुख नूं चाहीदा है कि अपनी आदतां नूं भी निहारे, अपने मन नूं भी निहारे, अपनी बुराइयां नूं भी वेखे, तां संसार दे विच कुछ बन सकदा है। और सच जानना जे ध्यान मारीए तां साडे अखां जिहड़ियां ने वो अनकड़ियां रह गईयां, क्योंकि इन्हां विच पराया रूप तकन दी ख्वाहिश है। साडे कन अनकड़े रह गए हैं, क्योंकि इन्हां नूं निंदा सुनन दी वादी पई हुई है। साडी रसना निंदा चुगली करदी है और साडे ये इंद्रे जिहड़े ने वो विकारां वाले पासे जांदे ने। मन जिहड़ा है वो माया विच गलतान रहिंदा है। ये मन सुता पिया है, ये मन अनकड़िया है और सवारना सी ते अपने आप नूं, अपने इंद्रां नूं, अपनी विचारधारा नूं, अपने आप दे अंदर दे जीवन नूं सवारना सी। एक होर अर्ज करां, अधूरा संसार दा साजो समान, संसार दीयां वस्तुआं मनुख तैनूं चंगियां नहीं लगदियां। अधूरा मकान, अधूरी दुकान, अधसिला कपड़ा, अधूरे संगीत दी धुन, अध कच्ची रोटी और कच्चे फ्रूट मनुख नूं पसंद नहीं हैं। और ख्याल करियो कि संसार दे विच हर एक मनुख इन्हां चीज़ां नूं पूरा करन दे विच कामयाब हो गया। दुकान सारियां दी अधूरी नहीं रहिंदी, पूरी हो जाती। मकान अधूरे नहीं रहिंदे, पूरे हो जाते हैं। कपड़े अधूरे नहीं रहिंदे, पूरे बंदे सलवा लैंदा है।
ਰੋਟੀ ਅਧ ਕੱਚੀ ਨਹੀਂ ਪਕਾ ਲੈਂਦਾ ਹੈ, ਫਰੂਟ ਪੱਕੇ ਹੀ ਖਾਂਦਾ ਹੈ, ਸੰਗੀਤ ਦੀ ਧੁਨ ਅਧੂਰੀ ਨਹੀਂ ਪੂਰੀ ਸੁਣਦਾ ਹੈ। ਬਾਕੀ ਸਾਰੀਆਂ ਚੀਜ਼ਾਂ ਮਨੁੱਖ ਨੂੰ ਪੂਰੀਆਂ ਪਸੰਦ ਨੇ ਔਰ ਇਹ ਪੂਰੀਆਂ ਕਰ ਲੈਂਦਾ ਹੈ, ਪਰ ਇੱਕ ਚੀਜ਼ ਅਧੂਰੀ ਰਹਿ ਜਾਂਦੀ, ਉਹ ਹੈ ਮਨੁੱਖ ਦਾ ਮਨ। ਔਰ ਸੱਚ ਜਾਣਨਾ, ਜੇ ਅਧੂਰੀਆਂ ਚੀਜ਼ਾਂ ਸਾਨੂੰ ਪ੍ਰਵਾਨ ਨਹੀਂ, ਅਧ ਘੜੀਆਂ ਚੀਜ਼ਾਂ ਸਾਨੂੰ ਪ੍ਰਵਾਨ ਨਹੀਂ, ਤੇ ਸੱਚ ਜਾਣਨਾ ਅਧ ਘੜਿਆ ਸਿੱਖ, ਅਧ ਘੜਿਆ ਮਨ ਗੁਰੂ ਤੇ ਪਰਮਾਤਮਾ ਨੂੰ ਪ੍ਰਵਾਨ ਨਹੀਂ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਅਧੂਰਾ ਮੇਰੇ ਮਾਲਕ ਨੂੰ ਪ੍ਰਵਾਨ ਨਹੀਂ, ਮੇਰੇ ਮਾਲਕ ਨੂੰ ਵੀ ਉਹੀ ਪ੍ਰਵਾਨ, ਅਧੂਰੇ ਦੀ ਪ੍ਰਵਾਨਗੀ ਨਹੀਂ, ਪੂਰਾ ਪ੍ਰਵਾਨ ਹੈ। ਜਦੋਂ ਪੰਜ ਪਿਆਰੇ ਗੁਰੂ ਸਾਹਿਬ ਜੀ ਨੂੰ ਸੀਸ ਦਿੱਤਾ ਤੇ ਉਹ ਪੰਜ ਪੂਰੇ ਸਨ ਤੇ ਪੂਰਿਆਂ ਨੂੰ ਗੁਰੂ ਨੇ ਪ੍ਰਵਾਨ ਕਰ ਲਿਆ। ਉਹਨਾਂ ਵਿੱਚੋਂ ਅਧੂਰੇ ਵੀ ਸਨ, ਜਿਹੜੇ ਕਹਿੰਦੇ ਸਨ ਮਾਤਾ ਗੁਜਰੀ ਜੀ ਨੂੰ, ਅੱਜ ਤੁਹਾਡੇ ਲਾਲ ਨੂੰ ਕੀ ਹੋ ਗਿਆ, ਥੋੜਾ ਸਮਝਾਓ ਤੇ ਸਹੀ। ਇੱਥੇ ਕਿਰਪਾਨ ਲੈ ਕੇ ਆ ਗਏ ਨੇ, ਨੰਗੀ ਕਿਰਪਾਨ। ਕਿਉਂਕਿ ਜਿਹੜਾ ਮਨੁੱਖ ਅਧੂਰਾ ਹੈ ਉਸ ਨੂੰ ਪੂਰੀਆਂ ਚੀਜ਼ਾਂ ਪ੍ਰਵਾਨ ਸੰਸਾਰ ਦੀਆਂ ਹੁੰਦੀਆਂ ਨੇ, ਪਰ ਆਪਣੇ ਆਪ ਨੂੰ, ਪਰ ਜਿਹੜਾ ਮਨੁੱਖ ਆਪਣੇ ਆਪ ਦੇ ਅੰਦਰ ਨੂੰ ਅਧੂਰਾ ਰੱਖੇਗਾ, ਆਪ ਅੰਦਰੋਂ ਪੂਰਾ ਨਹੀਂ ਹੋਇਆ, ਤੇ ਸੱਚ ਜਾਣਨਾ ਉਸ ਨੂੰ ਆਤਮਿਕ ਸੁੱਖ ਉਨਾ ਚਿਰ ਨਹੀਂ ਮਿਲੇਗਾ। ਕੋਈ ਨਾ ਕੋਈ ਖਾਲੀਪਨ ਅੰਦਰ ਜ਼ਰੂਰ ਮਹਿਸੂਸ ਹੋਏਗਾ। ਸਤ, ਸੰਤੋਖ, ਦਇਆ, ਧਰਮ, ਖਿਮਾ, ਛਿਮਾ, ਸਹਿਜ, ਨਿਮਰਤਾ, ਇਹ ਗੁਣ ਜੇ ਸਾਡੇ ਜੀਵਨ ਵਿੱਚ ਨਹੀਂ ਆਏ, ਗੁਸਤਾਖੀ ਮਾਫ, ਅੰਦਰੋਂ ਅਸੀਂ ਅਧੂਰੇ ਹਾਂ, ਅਧੂਰੇ ਹਾਂ। ਔਰ ਜਦੋਂ ਇਹ ਗੁਣ ਸਾਡੇ ਵਿੱਚ ਪ੍ਰਗਟ ਹੋਣਗੇ, ਉਸ ਦੇ ਨਾਲ ਪੂਰੇ ਹੋਵਾਂਗੇ। ਭਾਵੇਂ ਅਸੀਂ ਰੋਜ਼ ਬਾਣੀ ਦਾ ਪਾਠ ਕਰਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਕਰਦੇ ਹਾਂ, ਸੁਣਦੇ ਹਾਂ, ਜਿਹੜਾ ਵੀ ਅਸੀਂ ਕੰਮ ਕਰਦੇ ਹਾਂ, ਸੇਵਾ ਕਰਦੇ ਹਾਂ, ਹੋਰ ਕੰਮ ਕਰਦੇ ਹਾਂ, ਸਾਰੇ ਕੰਮ ਉਦੋਂ ਹੀ ਨੇਪਰੇ ਚੜ੍ਹਨਗੇ ਜਦੋਂ ਸਾਡੇ ਜੀਵਨ ਵਿੱਚ ਉਹ ਗੁਣ ਹਿਰਦੇ ਵਿੱਚ ਵਸ ਜਾਣਗੇ। ਬੁਰਾਈਆਂ ਨਸ ਜਾਣਗੀਆਂ, ਔਗੁਣ ਨਸ ਜਾਣਗੇ, ਤੇ ਸ਼ੁਭ ਗੁਣ ਜਿਹੜੇ ਨੇ ਉਹ ਸਾਡੇ ਜੀਵਨ ਵਿੱਚ ਵਸ ਜਾਣਗੇ। ਸ਼ੁਭ ਗੁਣ ਹੀ ਸਾਡੇ ਆਪਣੇ ਆਪ ਸਵਾਰਨਗੇ। ਆਪ ਸਵਾਰੇ। ਬਾਬਾ ਫਰੀਦ ਜੀ ਕਹਿੰਦੇ, ਪਰਮਾਤਮਾ ਨੇ ਮੈਨੂੰ ਕਿਹਾ, ਹੇ ਫਰੀਦ, ਜੇ ਤੂੰ ਆਪਣੇ ਆਪ ਨੂੰ ਸਵਾਰ ਲੈ, ਮੈਂ ਮਿਲਾਂ ਤਾਂ ਤੂੰ ਮੈਨੂੰ ਮਿਲ ਪਏਗਾ, ਮੇਰੇ ਨਾਲ ਸਾਂਝ ਬਣ ਜਾਏਗੀ। ਖਿਆਲ ਕਰਨਾ ਕਿਤਨਾ ਵੱਡਾ ਰਿਸ਼ਤਾ ਹੈ ਪਰਮਾਤਮਾ ਦਾ ਤੇ ਸਿੱਖ ਦਾ, ਜਿਸ ਸਿੱਖ ਨੇ ਆਪਣਾ ਆਪ ਸਵਾਰ ਲਿਆ ਹੈ। ਆਪਣੇ ਆਪ ਸਵਾਰਨ ਵਾਲੇ ਨੇ ਕਹਿ ਦਿੱਤਾ, ਕਵਨ ਨਰਕ ਕਿਆ स्वर्ग ਵਿਚਾਰਾ, ਸੰਤਨ ਦੋਹੂ ਰਾਧੇ, ਹਮ ਕਾਹੂ ਕੀ ਕਾਨ ਨ ਕਰਤੇ, ਆਪਣੇ ਗੁਰ ਪ੍ਰਸਾਦੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋ ਨਾ ਸਕੈ ਪਛਾਣੀ। ਰਾਮ ਤੇ ਕਬੀਰ ਹੁਣ ਇੱਕ ਹੋ ਗਏ ਨੇ, ਕੋਈ ਪਹਿਚਾਣ ਨਹੀਂ ਕਰ ਸਕਦਾ। ਇੱਕ ਹੋ ਗਏ ਨੇ, ਇੱਕ ਹੋ ਗਏ ਨੇ। ਇਸ ਤਰ੍ਹਾਂ ਜੋ ਸਾਨੂੰ ਬਾਬਾ ਫਰੀਦ ਜੀ ਜੀਵਨ ਦੀ ਇਹ ਜੁਗਤ ਸਮਝਾ ਰਹੇ ਹਨ ਕਿ ਪਰਮਾਤਮਾ ਨੇ ਮੈਨੂੰ ਕਿਹਾ ਕਿ ਜੇ ਤੂੰ ਮੈਨੂੰ ਮਿਲ ਪਏ, ਮੇਰੇ ਨਾਲ ਜੁੜ ਜਾਏ, ਤੇ ਪਰਮਾਤਮਾ ਦਾ ਮਿਲਣਾ ਕੀ ਹੈ? ਆਪਣੇ ਜੀਵਨ ਵਿੱਚੋਂ ਔਗੁਣਾਂ ਨੂੰ ਪਾਸੇ ਕਰ ਦੇਣਾ, ਗੁਣਾਂ ਨੂੰ ਵਸਾ ਲੈਣਾ। ਕਿਉਂਕਿ ਸਭ ਗੁਣ ਤੇਰੇ, ਮੈਂ ਨਾ ਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੈ। ਸਾਰੇ ਗੁਣ ਪਰਮਾਤਮਾ ਦੇ ਨੇ, ਔਰ ਪਰਮਾਤਮਾ ਦੇ ਗੁਣ ਜਦੋਂ ਜੀਵਨ ਵਿੱਚ ਆ ਜਾਂਦੇ ਨੇ, ਇਹੀ ਪਰਮਾਤਮਾ ਦੀ ਭਗਤੀ ਹੈ। ਇਹਨੂੰ ਥੋੜਾ ਗੱਲ ਪਕੜਿਓ, ਥੋੜਾ ਜਿਹਾ ਸਮਝਣ ਦਾ ਯਤਨ ਕਰਨਾ ਕਿ ਸਿੱਖ ਦਾ, ਮਨੁੱਖ ਦਾ ਰੱਬ ਹੋਣਾ ਕੀ ਹੈ? ਰੱਬ ਦੇ ਗੁਣ ਉਸਦੇ ਜੀਵਨ ਵਿੱਚ ਝਲਕਣ। ਪਰਮਾਤਮਾ ਦਇਆਵਾਨ ਹੈ, ਸਿੱਖ ਦੇ ਅੰਦਰ ਵੀ ਦਇਆ ਹੋਵੇ। ਪਰਮਾਤਮਾ ਨਿਰਭਉ ਹੈ, ਸਿੱਖ ਵੀ ਨਿਰਭਉ ਹੋਵੇ। ਪਰਮਾਤਮਾ ਨਿਰਵੈਰ ਹੈ, ਸਿੱਖ ਵੀ ਨਿਰਵੈਰ ਹੋਵੇ। ਜਿਸ ਦਿਨ ਇਹ ਗੁਣ ਹਿਰਦੇ ਵਿੱਚ ਪ੍ਰਗਟ ਹੋ ਗਏ, ਸਮਝ ਲਓ ਪਰਮਾਤਮਾ ਮਿਲ ਗਿਆ। ਬਸ ਇਹੀ ਕਸਵੱਟੀ ਹੈ। ਪਰ ਬਾਹਰ ਭਜਣਾ ਸੌਖਾ ਕੰਮ ਹੈ, ਬਾਰਦਿਆਂ ਦੇ ਨਾਲ ਬੈਠਣਾ ਸੌਖਾ ਹੈ। ਪਤੀ ਪਤਨੀ ਨਾਲ ਬਹਿ ਜਾਂਦਾ ਹੈ, ਪਤਨੀ ਪਤੀ ਨਾਲ ਬਹਿ ਜਾਂਦੀ ਹੈ, ਮਾਤਾ ਪਿਤਾ ਆਪਣੇ ਬੱਚਿਆਂ ਨਾਲ ਬਹਿ ਜਾਂਦੇ ਹਨ, ਵੱਡੇ ਛੋਟਿਆਂ ਵਿੱਚ, ਛੋਟੇ ਵੱਡਿਆਂ 'ਚ ਬਹਿ ਜਾਂਦੇ ਹਨ, ਲੋਕ ਅਖਬਾਰ ਨਾਲ ਬਹਿ ਜਾਂਦੇ ਹਨ,
टीवी ਦੇ ਅੱਗੇ ਬਹਿ ਜਾਂਦੇ ਹਨ। ਪਰ ਮਾਫ ਕਰ ਦੇਣਾ, ਆਪਣੇ ਆਪ ਦੇ ਨਾਲ ਬੰਦੇ ਨੂੰ ਕੋਲੋਂ ਬੈਠਿਆ ਨਹੀਂ ਜਾਂਦਾ। ਆਪਣੇ ਆਪ ਦੇ ਨਾਲ ਤੇ 5 ਮਿੰਟ ਗੁਜ਼ਾਰਨੇ ਵੀ ਬੜੇ ਔਖੇ ਨੇ। ਆਪਣੇ ਆਪ ਤੋਂ ਹਰ ਇੱਕ ਮਨੁੱਖ ਭੱਜਣਾ ਚਾਹ ਰਿਹਾ ਹੈ, ਕਿਉਂਕਿ ਆਪਣੇ ਅੰਦਰ ਦੇਖੇਗਾ ਤੇ ਸੱਚ ਜਾਣਨਾ ਬੁਰਾਈਆਂ ਨੇ, ਔਗੁਣ ਨੇ, ਵਿਕਾਰ ਨੇ, ਮਾੜੀਆਂ ਆਦਤਾਂ ਨੇ, ਗਲਤ ਖੁਆਇਸ਼ਾਂ ਮਨ ਦੇ ਵਿੱਚ ਰੱਖੀਆਂ ਹੋਈਆਂ ਨੇ। ਬੰਦਾ ਆਪਣੇ ਕੋਲ ਬੈਠੇ ਤਾਂ ਸੱਚ ਜਾਣਨਾ ਹਰ ਇੱਕ ਮਨੁੱਖ ਨੂੰ ਅੰਦਰੋਂ ਬਦਬੂ ਆਵੇਗੀ। ਪਰ ਕੀ ਕਰੀਏ ਕਿ ਮਨੁੱਖ ਅੰਦਰ ਨਹੀਂ ਬੈਠਣਾ ਚਾਹੁੰਦਾ, ਇਸ ਕਰਕੇ ਬਾਹਰ ਬਹਿੰਦਾ ਹੈ। ਔਰ ਬਾਹਰ ਉਹਨਾਂ ਵਿੱਚ ਬੈਠ ਕੇ, ਪਰਿਵਾਰ ਵਿੱਚ ਬੈਠ ਕੇ, ਦੋਸਤਾਂ ਵਿੱਚ ਬੈਠ ਕੇ ਇਹ ਸੁੱਖ ਲੱਭ ਰਿਹਾ ਹੈ ਔਰ ਦੁਖੀ ਹੋਈ ਜਾ ਰਿਹਾ ਹੈ। ਔਰ ਸੁੱਖ ਕਿੱਥੇ ਮਿਲਣਾ ਜਦੋਂ ਕਿ ਇਹ ਅੰਦਰ ਜਾਵੇਗਾ, ਆਪਣੇ ਆਪ ਦੀ ਪਰਚੋਲ ਕਰੇਗਾ, ਆਪਣੇ ਆਪ ਨੂੰ ਵਾਚਣ ਦਾ ਯਤਨ ਕਰੇਗਾ। ਔਰ ਇਹ ਅੱਜ ਤੁਸੀਂ ਨੋਟ ਕਰ ਲੈਣਾ ਕਿ ਜਦੋਂ ਅਸੀਂ ਆਪਣੇ ਆਪ ਨੂੰ ਵਾਚਾਂਗੇ ਤੇ ਉਸ ਦੇ ਵਿੱਚ 2 ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ। ਪਹਿਲੀ ਗੱਲ ਕਿ ਮੇਰੇ ਵਿੱਚ ਗੁਣ ਕਿਹੜੇ ਕਿਹੜੇ ਨੇ, ਇਹ ਲਿਖ ਲਓ ਇੱਕ ਕਾਗਜ਼ ਦੇ ਉੱਤੇ। ਉਹ ਨਾਲ ਲਿਖ ਲਓ ਕਿ ਮੇਰੇ ਅੰਦਰ ਬੁਰਾਈਆਂ ਕਿਹੜੀਆਂ ਕਿਹੜੀਆਂ ਨੇ। ਜੇ ਆਪਣੇ ਆਪ ਨੂੰ ਵਾਕਈ ਤੁਸੀਂ ਅੰਦਰ ਜਾਣਾ ਚਾਹੁੰਦੇ ਹੋ, ਆਪਣੇ ਆਪ ਨੂੰ ਸਵਾਰਨਾ ਚਾਹੁੰਦੇ ਹੋ, ਤੇ ਫਿਰ ਆਪਣੇ ਔਗੁਣ ਵੀ ਲਿਖ ਲਓ, ਆਪਣੀਆਂ ਚੰਗਿਆਈਆਂ ਵੀ ਲਿਖ ਲਓ, ਆਪਣੇ ਪਾਪ ਵੀ ਲਿਖ ਲਓ ਤੇ ਆਪਣੇ ਪੁੰਨ ਵੀ ਲਿਖ ਲਓ। ਔਰ ਕਬੀਰ ਸਾਹਿਬ ਨੇ ਬੜਾ ਪਿਆਰਾ ਵਚਨ ਕੀਤੇ ਨੇ, ਆਖਣ ਲੱਗੇ ਕਬੀਰ ਲੇਖਾ ਦੇਣਾ ਸਵੇਲਾ, ਜੇ ਮਨ ਸੋਚੀ ਹੋਏ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜਿਆ ਕੋਈ। ਲਿਸਟ ਬਣਾ ਲਓ, ਇੱਕ ਸੂਚੀ ਕਹਿੰਦੇ ਨੇ ਲਿਸਟ ਨੂੰ। ਲਿਖ ਲਓ ਆਪਣੇ ਔਗੁਣ, ਲਿਖ ਲਓ ਆਪਣੀਆਂ ਚੰਗਿਆਈਆਂ, ਆਪਸ ਵਿੱਚ ਮਿਲਾਓ ਕਿ ਚੰਗਿਆਈਆਂ ਵੱਧ ਨੇ ਜਾਂ ਔਗੁਣ ਵੱਧ ਨੇ। ਤੇ ਸੱਚ ਜਾਣਨਾ ਇੱਕ ਦਿਨ ਕੁਝ ਸਮੇਂ ਵਾਸਤੇ ਜਦੋਂ ਇਸ ਵਿਚਾਰ ਨੂੰ ਸਮਝਣ ਦਾ ਯਤਨ ਕੀਤਾ, ਪਤਾ ਚੱਲਿਆ ਗੁਣ ਤਾਂ ਇੱਕ ਅੱਧਾ ਹੀ ਹੋਏਗਾ, ਕੋਈ ਸਾਰਾ ਸਰੀਰ ਬੁਰਾਈਆਂ ਦੇ ਨਾਲ ਤੇ ਔਗੁਣਾਂ ਨਾਲ ਭਰਿਆ ਹੋਇਆ। ਉਚਾਰਨ ਕਰੋ ਸਤਨਾਮ। ਅੰਦਰ ਬੁਰਾਈਆਂ ਹੀ ਬੁਰਾਈਆਂ ਨੇ, ਨਿੰਦਾ, ਚੁਗਲੀ, ਮੇਰ, ਤੇਰ, ਹਉਮੈ, ਹੰਕਾਰ, ਨਫ਼ਰਤ, ਈਰਖਾ, ਪਤਾ ਨਹੀਂ ਕੀ ਕੁਝ ਭਰਿਆ ਹੋਇਆ। ਇਹ ਭਾਂਡਾ ਖਾਲੀ ਨਹੀਂ ਹੈ, ਅੰਦਰੋਂ ਨਕੋ ਨਕ ਭਰਿਆ ਹੋਇਆ। ਚੰਗਿਆਈ ਤਾਂ ਹੈ ਨਹੀਂ ਅੰਦਰ। ਇਹਦਾ ਅਰਥ ਹੈ ਕਿ ਜੇ ਅੰਦਰ ਚੰਗਿਆਈ ਨਹੀਂ, ਜੇ ਸ਼ੁਭ ਗੁਣ ਨਹੀਂ, ਤਾਂ ਸਮਝ ਲੈ ਫਿਰ ਪਰਮਾਤਮਾ ਦੇ ਘਰ ਤੂੰ ਪ੍ਰਵਾਨ ਨਹੀਂ ਹੋਏਗਾ। ਭਾਵੇਂ ਤੂੰ ਕਹਿੰਦਾ ਰਵੇਂ ਕਿ ਮੈਨੂੰ ਆਪਣੀ ਪਈ ਹੈ, ਮੈਂ ਰੱਬ ਨਾਲ ਮਿਲਣਾ ਚਾਹੁੰਦਾ, ਮਰਨ ਤੋਂ ਪਹਿਲਾਂ ਨਹੀਂ ਮਿਲ ਸਕੇਗਾ ਬਾਬਾ ਫਰੀਦ ਜੀ। ਇਸ ਕਰਕੇ ਆਪਣੇ ਆਪ ਨੂੰ ਸਵਾਰ। ਮਹਾਰਾਜ ਪਰਮਾਤਮਾ ਜੀ ਕਹਿ ਰਹੇ ਨੇ, ਫਰੀਦ ਜੀ ਤੂੰ ਮੈਨੂੰ ਮਿਲ ਪਏਗਾ ਤੇ ਮੈਂ ਮਿਲਿਆ ਸੁਖ ਹੋਏ, ਮੇਰੇ ਵਿੱਚ ਜੁੜਿਆ ਹੀ, ਮੇਰੇ ਵਿੱਚ ਮਿਲਿਆ ਹੀ ਤੈਨੂੰ ਆਤਮਿਕ ਸੁਖ ਪ੍ਰਾਪਤ ਹੋਵੇਗਾ। ਦੇਖੋ ਰੱਬ ਨਾਲ ਜੁੜ ਕੇ ਵਾਕਈ ਆਤਮਿਕ ਸੰਤੋਖ, ਸ਼ਗੂਨ, ਸ਼ਾਂਤੀ, ਸਹਿਜ, ਆਨੰਦ, ਖੇੜਾ ਪ੍ਰਾਪਤ ਹੁੰਦਾ ਹੈ। ਜੁੜ ਕੇ ਵੇਖੋ ਅੰਦਰ। ਇਸ ਨੂੰ ਕਿਹਾ ਮਹਾਰਾਜ ਨੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਐ। ਜੋ ਸੁਖ ਗੋਬਿੰਦ ਦੀ ਸੇਵਾ ਵਿੱਚ ਹੈ, ਪਰਮਾਤਮਾ ਨਾਲ ਜੁੜਿਆ, ਉਹ ਸੁਖ ਰਾਜਪਾਟ ਵਿੱਚ ਵੀ ਨਹੀਂ ਹੈ। ਕਿਤਨਾ ਸੁਖ ਹੈ, ਮੈਂ ਬੇਨਤੀ ਕਰਾਂ ਬਿਆਨ ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਬਿਆਨ। ਇਸ ਕਰਕੇ ਕਹਿ ਰਹੇ ਨੇ ਬਾਬਾ ਫਰੀਦ ਜੀ ਵੀ ਤੈਨੂੰ ਜਿਹੜਾ ਆਤਮਿਕ ਸੁਖ ਮਿਲੇਗਾ ਦੁਨੀਆ ਦੇ ਪਦਾਰਥਾਂ ਵਿੱਚ ਨਹੀਂ, ਇਹ ਸੁਖ ਮਿਲੇਗਾ ਪਰਮਾਤਮਾ ਨਾਲ ਜੁੜਿਆ। ਵੀ ਤੂੰ ਸੋਚੇ ਕਿ ਦੁਨੀਆ ਦੇ ਪਦਾਰਥ ਮੈਨੂੰ ਸੁਖੀ ਕਰ ਦੇਣਗੇ, ਬੰਦਾ ਸੋਚ ਇਹੀ ਰਿਹਾ। ਔਰ ਇਹ ਗੱਲ ਅੱਜ ਦੇ ਟਾਈਮ ਦੇ ਵਿੱਚ ਇਹ ਸਾਬਤ ਹੋ ਗਈ ਹੈ ਕਿ ਪੈਸਾ ਸਭ ਕੁਝ ਨਹੀਂ ਹੈ। ਸਾਰਿਆਂ ਨੂੰ ਇੱਕ ਗੱਲ ਤੇ ਤਾਂ ਅੱਜ ਮਜਬੂਰ ਕਰ ਦਿੱਤਾ ਪੂਰੀ ਦੁਨੀਆ ਨੂੰ ਕਿ ਵੱਡੇ ਵੱਡੇ ਅਰਬਾਂ ਖਰਬਾਪਤੀ ਵੀ ਅੱਜ ਲੁੱਕ ਕੇ ਬੈਠੇ ਹੋਏ ਨੇ। ਵੀ ਜੇ ਪੈਸਾ ਹੀ ਸੁੱਖ ਹੁੰਦਾ, ਪੈਸਾ ਹੀ ਸਾਰੇ ਸਾਧਨਾਂ ਦਾ ਇਲਾਜ ਹੁੰਦਾ ਤੇ ਸੰਸਾਰ ਵਿੱਚ ਇਸ ਤਰ੍ਹਾਂ ਨਹੀਂ ਸੀ ਹੋਣਾ। ਪਰ ਲੋਕਾਂ ਨੂੰ ਪਤਾ ਚੱਲ ਸਕਿਆ ਪੈਸਾ ਹੀ ਸਭ ਕੁਝ ਨਹੀਂ ਹੈ।
ਤੁਸੀਂ ਦੇਖੋ ਨਾ ਕਿ ਇਟਲੀ ਵਿੱਚ ਪਿੱਛੇ ਖਬਰ ਆਈ ਸੀ, ਜਦੋਂ ਕਰੋਨਾ ਮਹਾਮਾਰੀ ਉੱਥੇ ਜ਼ੋਰਾਂ ਤੇ ਸੀ, ਇੱਕ ਅਰਬਾਂ ਖਰਬਾਪਤੀ ਬਹੁਤ ਵੱਡੇ 7 ਸਟਾਰ ਹੋਟਲ ਦਾ ਮਾਲਕ ਹੋਟਲ ਦੁਨੀਆ ਵਿੱਚ ਸਨ, ਉਹ ਸਾਰਾ ਪਰਿਵਾਰ ਮਰ ਗਿਆ ਸੀ, ਇਕੱਲਾ ਬਚਿਆ ਸੀ। ਉਸਨੇ ਵੀ 8ਵੀਂ 10ਵੀਂ ਮੰਜ਼ਿਲ ਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਹ ਅਖਬਾਰਾਂ 'ਚ ਖਬਰ ਛਪੀ, ਟੀਵੀ ਤੇ ਖਬਰ ਆਈ। ਪੈਸਾ ਕਿੱਥੇ ਗਿਆ? इतनी दुनिया की प्रॉपर्टी, दुनिया में सारा परिवार खत्म हो गया, टोटली परिवार की प्रॉपर्टी कितने चली गई, उत्थे ही है। पैसा बैंक भरे पे होंगे, पैसे दे दे, पर अज कोई बरतन वाला नहीं है। इस करके ये गल विचार कर लेना कि दुनिया के जिहड़े पदार्थ विच ने, इन्हां विच आत्मिक सुख नहीं है, परमात्मा नाल जुड़िया सुख है, प्रभु नाल जुड़िया सुख है। जदों उसदे नाल जुड़दे हां अंदर आनंद की प्राप्ति होंदी है। उसने मन कहा कि आनंद पया मेरी माए सतगुरु मैं पाया। किते नहीं लिखिया कि आनंद मिल गया, मैनू धन मिल गया। एक भी तुक दिखा दो मैनू बाणी में किते लिखी होवे, जिथे लिखिया होवे कि धन प्राप्त होया तो मैनू आनंद मिल गया, किते नहीं। क्योंकि धन सहूलत है, सहूलत मिल सकती है, धन तो आनंद नहीं मिल सकता। इस करके गुरबाणी ने सानू कहा कि अपने आप नू सवार, परमात्मा विच जुड़िया ही तैनू आत्मिक सुख प्राप्त होवेगा। फिर कहने लगे फरीदा जे तू मेरा होए रहें, आखन लगे हे फरीद जे तू मेरा बन जाए। परमात्मा जी आख रहे ने आओ कि मेरे विच लीन हो जाए, मेरा रूप हो जाए, मेरे वाले गुण तेरे जीवन च आ जान। आओ कि दुनिया वाला प्यार छड़ के परमात्मा जी कहने लगे मेरे नाल प्यार करन लग पे, मेरे विच अभेद हो जाए, ताकि होएगा सब जग तेरा होए। जो तू मेरे विच अभेद होके मेरे नाल जुड़ के जो लोकां नूं कुछ आखेगा, लोकां दे सवारन वास्ते तू वचन करेगा, लोग तेरे वचन नहीं, परमात्मा कहता है मेरे वचन करके लोग उसके उत्ते इतवार करनगे ते तेरा एक एक आख्या है वचन लोग मन लैणगे, मन लैणगे। फिर कहणगे ये रब बोलदा है, इहदे विचों परमात्मा बोलदा है। जिन्हां ने अपने आप नूं सवार लिया ना, ते उन्हां दे वचनां तो फिर सारा संसार इतवार करदा है। गुरु नानक पातशाह दे वचनां तो क्यों कोडा राक्षस झुक गया सी, बली गंधारी क्यों झुकिया, कौंस क्यों झुकिया, बाबर क्यों झुकिया, कारू बादशाह क्यों गुरु नानक दे अगे। ये ते वो लोग सन जिन्हां कोल धन बड़ा सी, क्योंकि गुरु नानक दे वचन परमात्मा दे वचन सन। लोकां ने परमात्मा करके गुरु नानक नूं पूजिया और कह दिता कि आप नारायण कलाधार जग में परवरियो। हे परमात्मा, हे गुरु नानक तू नारायण है, परमात्मा है, निरंकार है, तू जगत के अंदर प्रगट होया है। भाई गुरदास जी ताही लिखते हैं सुनी पुकार दातार प्रभु गुरु नानक जगमाए पटाए, कल तारन गुरु नानक आया। गुरु साहब जी संसार दे विच आए, गुरु नानक पातशाह रब का रूप बन के आए। सतगुरु नानक प्रगट धुंध जग चानन हुआ, जो कर सूरज निकलिया तारे छपे अंधेर पलोआ। इस करके जदों असी परमात्मा दे नाल प्यार बन जाएगा, असी परमात्मा दे बन जावांगे। और गुरु नानक पातशाह ने कहा, कहंदे एक साजन सब सजना, एक वैरी सब वैर। एक परमात्मा तेरा सज्जन बन गया, सारा संसार तेरा बन जाएगा, पर एक दे नाल वैर है, सारा संसार तेरे नाल वैर है। और गुरु साहब ने आख्या बहुत सारी थावां ते बाणी दे विच, कहंदे जो हर का प्यारा सो सबना का प्यारा, होर केती चक जग आवे जावे। जिहड़ा हरि दा प्यारा बन गया वो सारां दा प्यारा बन जांदा है, सारा जगत उसदा बन जांदा है। आओ कि जगत तेरा बन जाएगा, पाओ माया तेरे पिछे पिछे दौड़ेगी और तू अगे अगे जाएगा जो तू रब दा बन गया। क्योंकि ये माया परछावां है, और जो तू सूरज वाल ते सच जानना परछावां पिछे पिछे आउंदा है। और जिन्हां ने सूरज वाल पिठ कीती है, परछावां उन्हां दे अगे अगे जांदा है। समझण वाली गल है बस।
ਤੁਸੀਂ ਦੇਖੋ ਸੂਰਜ ਵੱਲ ਪਿੱਠ ਕਰ ਲਓ, ਪਰਛਾਵਾਂ ਤੁਹਾਡੇ ਅੱਗੇ ਅੱਗੇ ਜਾਵੇਗਾ। ਤੁਸੀਂ ਸੂਰਜ ਵੱਲ ਮੁਖ ਕਰ ਲਓ, ਪਰਛਾਵਾਂ ਤੁਹਾਡੇ ਪਿੱਛੇ ਪਿੱਛੇ ਆਵੇਗਾ। ਤੁਸੀਂ ਪਰਮਾਤਮਾ ਵੱਲ ਆਪਣਾ ਮੁਖ ਕਰ ਲਓ, ਸੰਸਾਰ ਦੀ ਧਨ ਦੌਲਤ ਤੁਹਾਡੇ ਪਿੱਛੇ ਪਿੱਛੇ ਆਵੇਗੀ। ਤੁਸੀਂ ਪਰਮਾਤਮਾ ਤੋਂ ਪਿੱਠ ਕਰ ਲਓ, ਤੁਸੀਂ ਇਸ ਮਾਇਆ ਦੇ ਪਿੱਛੇ ਭਜੋਗੇ ਔਰ ਤਾਂ ਵੀ ਪ੍ਰਾਪਤ ਨਹੀਂ ਕਰ ਸਕਦੇ ਕਦੇ। ਇਹ ਅੱਗੇ ਅੱਗੇ ਜਾਵੇਗੀ। ਇਸ ਨੂੰ ਗੁਰੂ ਸਾਹਿਬ ਨੇ ਨਾ ਕਿਹਾ ਕਿ ਗਹਿ ਕਰ ਪਕੜੀ ਨਹੀਂ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਜਬ ਤਿਆਗ ਦੇਈ ਤੋ ਚਰਨੀ ਆਏ ਪਈ। ਇਸ ਕਰਕੇ ਬਾਬਾ ਫਰੀਦ ਜੀ ਇਹ ਕਹਿ ਰਹੇ ਨੇ ਕਿ ਮੈਨੂੰ ਰੱਬ ਨੇ ਕਿਹਾ ਜੇ ਤੂੰ ਮੇਰੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ ਹੈ ਤਾਂ ਇੱਕ ਕੰਮ ਕਰ ਕਿ ਆਪਣੇ ਆਪ ਨੂੰ ਸਵਾਰ। ਔਰ ਇਸ ਨੂੰ ਕੋਈ ਹੋਰ ਨਹੀਂ ਸਵਾਰ ਸਕਦਾ। ਮੈਂ ਇੱਕ ਹੋਰ ਬੇਨਤੀ ਇੱਥੇ ਕਰਕੇ ਸਮਾਪਤੀ ਕਰਾਂ। ਦਾਦੇ ਦਾ ਧਨ ਪੋਤੇ ਨੂੰ ਮਿਲ ਜਾਂਦਾ ਹੈ, ਪਿਤਾ ਦਾ ਧਨ ਪੁੱਤਰ ਨੂੰ ਮਿਲ ਜਾਂਦਾ ਹੈ, ਕਮਾ ਕਮਾਇਆ ਮਿਲ ਜਾਂਦਾ ਹੈ, ਪਰ ਨਾਮ ਦਾ ਧਨ ਹਰ ਇੱਕ ਮਨੁੱਖ ਨੂੰ ਆਪੋ ਆਪਣਾ ਹੀ ਕਮਾਉਣਾ ਪੈਂਦਾ ਹੈ। ਦਾਦੇ ਦਾ ਕਮਾਇਆ ਪੋਤਰੇ ਨੂੰ ਮਿਲਦਾ, ਪਿਤਾ ਦਾ ਕਮਾਇਆ ਪੁੱਤਰ ਨੂੰ ਨਹੀਂ ਮਿਲਦਾ। ਇਹ ਧਨ ਸਾਰਿਆਂ ਨੂੰ ਆਪੋ ਆਪਣਾ ਕਮਾਉਣਾ ਪੈਂਦਾ ਹੈ। ਔਰ ਦੇਖੋ ਇਸ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਵੀ ਇਸ ਧਨ ਤੋਂ ਵਾਂਝੇ ਰਹਿ ਗਏ ਸਨ। ਦਾਤੂ ਜੀ ਵੀ, ਬਾਬਾ ਦਾਤੂ ਜੀ ਵੀ ਇਸ ਧਨ ਤੋਂ ਵਾਂਝੇ ਰਹਿ ਗਏ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੁੱਤਰ, ਉਹਨਾਂ ਦੇ ਸਾਹਿਬਜ਼ਾਦੇ। ਕਿਉਂਕਿ ਇਹ ਧਨ ਜਿਹੜਾ ਉਹ ਆਪ ਕਮਾਉਣਾ ਪੈਂਦਾ ਹੈ। ਇਸ ਨੂੰ ਮਹਾਰਾਜ ਨੇ ਕਿਹਾ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਆਪਣੇ ਹੱਥਾਂ ਦੇ ਨਾਲ ਆਪਣੇ ਜ਼ਿੰਦਗੀ ਦਾ ਕਾਰਜ ਸਵਾਰ, ਆਪਣੇ ਆਪ ਨੂੰ ਸਵਾਰ, ਆਪਣੇ ਆਪ ਦੀ ਪਰਚੋਲ ਕਰ। ਔਰ ਇਹ ਪਰਚੋਲ ਕਰੀਏ ਆਪਣੇ ਜੀਵਨ ਦੀ ਕਿ ਸਾਡਾ ਆਉਣ ਦਾ ਕੀ ਮਕਸਦ ਹੈ। ਔਰ ਜਦੋਂ ਤੁਸੀਂ ਬਾਣੀ ਦੇ ਰਾਹੀਂ ਇਹ ਪਰਚੋਲਣ ਦਾ ਯਤਨ ਕਰੋਗੇ ਤੇ ਬਾਣੀ ਆਖੇਗੀ ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲਗੈ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਬਾਣੀ ਆਖੇਗੀ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਗਦੀ ਚੱਲਦੀ ਰਹਿਣ। ਜਦੋਂ ਬਾਣੀ ਦੇ ਰਾਹੀਂ ਤੁਸੀਂ ਪਰਚੋਲ ਕਰੋਗੇ ਸਤਿਗੁਰੂ ਆਖਣਗੇ ਪਹੀ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਗੁਰੂ ਕਿਰਪਾ ਕਰੇ, ਮਹਾਰਾਜ ਮਿਹਰ ਕਰਨ ਕਿ ਇਹ ਮਨੁੱਖਾ ਜੀਵਨ ਮਾਇਆ ਦੇ ਰੰਗ ਵਿੱਚ ਜਾਂ ਮਾਇਆ ਦੀ ਚਮਕ ਦੇ ਵਿੱਚ ਇਤਨੇ ਅੰਨੇ ਨਾ ਹੋ ਜਾਏ ਕਿ ਸਾਨੂੰ ਆਪਣਾ ਆਪ ਸਵਾਰਨਾ ਹੀ ਭੁੱਲ ਜਾਏ ਔਰ ਸੰਸਾਰ ਦੇ ਵਿੱਚ ਸਭ ਕੁਝ ਇਕੱਠਾ ਕਰ ਲਈਏ। ਔਰ ਭਗਤ ਰਵਿਦਾਸ ਜੀ ਦੇ ਵਚਨ ਅਨੁਸਾਰ ਜਨਮ ਸਿਰਾਣੋ ਪੰਥ ਨਾ ਸਵਾਰਾ। ਜਨਮ ਸਵਾਰ ਲਿਆ, ਆਪਣਾ ਰਸਤਾ ਨਹੀਂ ਸਵਾਰਿਆ। ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈ ਪਰ ਧਰਮ ਇਕੱਠਾ ਨਹੀਂ ਕੀਤਾ। ਜਨਮ ਸਿਰਾਣੋ ਪੰਥ ਨਾ ਸਵਾਰਾ, ਸਾਂਝ ਪਰੀ ਦਾਹ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀਂ। ਦਾ ਧੰਨਵਾਦ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ, ਗੁਰੂ ਕਿਰਪਾ ਕਰੇ। ਜਿਹੜੇ ਵਚਨ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਤੇ ਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਆਪ ਨੂੰ ਸਵਾਰ ਸਕੀਏ ਤਾਂ ਕਿ ਇਹ ਮਨੁੱਖਾ ਜੀਵਨ ਮਿਲਿਆ ਸਫਲ ਹੋ ਸਕੇ। ਅਤੇ ਜਿਨ੍ਹਾਂ ਨੇ ਸੁਣਿਆ ਹੈ ਉਹਨਾਂ ਦੇ ਉੱਤੇ ਵੀ ਸਤਿਗੁਰ ਕਿਰਪਾ ਕਰਨ ਕਿ ਅਸੀਂ ਆਪਣੇ ਆਪ ਦੀ ਪੜਚੋਲ ਅੱਜ ਤੋਂ ਹੀ ਸ਼ੁਰੂ ਕਰ ਲਈਏ। ਆਪਣੇ ਆਪ ਦੇ ਅੰਦਰ ਦੀ ਜੋ ਵੀ ਕਮੀ ਪੇਸ਼ੀ ਹੈ ਉਸ ਨੂੰ ਦੂਰ ਕਰਨ ਦਾ ਯਤਨ ਕਰੀਏ। ਪਿਆਰ ਨਾਲ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇਰਾ ਸੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾकुर ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਅੰਬਾਰਕ ਤੁਮਰੇ ਧਾਰੇ। ਤੁਮ ਦਾਤੇ ਠਾकुर ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਅੰਬਾਰਕ ਤੁਮਰੇ ਧਾਰੇ।
ਜਿਹਵਾ ਏਕ ਕਵਨ ਗੁਣ ਕਹੀਐ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਰਾਹੋ कोट प्रात हमारे खंडो, अनक विधि समझावो। हम अज्ञान अल्प मत थोरी, तुम आपन विरध रखावो। तुम्हारी शरण तुम्हारी आशा, तुम ही सजन सुहेले। राखो राखण हार दयाला, नानक कर के गोले। तुम्हारी शरण तुम्हारी आशा, तुम ही सजन सुहेले। राखो राखण हार दयाला, नानक करके गोले। वाहिगुरू जी का खालसा, वाहिगुरू जी की फतेह। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੋੜੀ ਦੇਵ ਕੀ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਆ ਕਰਤੇ ਕਾ ਹੋਏ ਵਿਚਾਰੋ ਤਦ ਕਰ ਗਾਵੋ। ਸੋਹਿਲਾ ਸਿਵਰਿਓ ਸਿਰਜਨਹਾਰੋ, ਤੁਮ ਗਾਵੋ ਨਿਰਭਉ ਕਾ ਸੋਹਿਲਾ ਹੂੰ ਵਰਜ। ਸੋਹਿਲਾ ਸਦਾ ਸੁਖ ਹੋਏ ਰਹਾਉ, ਨਿਤਿਨ ਜਿਹੜੇ ਸਮਾਲਿਨ ਦੇਖੇਗਾ ਦੇ ਹਾਰ। ਤੇਰੇ ਦਾਨ ਕੀਮਤ ਨਾ ਬਸ ਦਾਤੇ ਕਉਨ ਸਮਾਰ। ਸਮ ਸਾਲ ਲਖਿਆ ਮਿਲ ਕਰ ਪਾਵੋ, ਤੇਲ ਦੇਹ ਸੱਜਣ ਅਸੀਂ ਸੜੀਆਂ। ਜੋ ਹੋਵੇ ਸਾਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ। ਸਦੜੇ ਨਿਤ ਪਵਨ ਸਦਨ ਹਾਰ, ਸਿਮਰਿਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆਂ ਘੜੀਆਂ ਪਹਿਰਾਂ, ਥਿਤੀ ਵਾਰੀ ਮਹਾ ਹੋਆ। ਸੂਰਜ ਏਕੋ ਰੁਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ। ਗगन में थाल रवचंद दीपक बने, तारका मंडल जनक मोती। तो बने आलो पवन चबरो करे, सकल बन राय फुलंत ज्योति। कैसी आरती होए बहु खंडना, तेरी आरती नक्ता शब्द बाजंत पहरी रहाओ। सहस तब नैन नैन है तो एको, सहस मूर्ख नायक तो ही। सहस पद विवंदन एक पद गंध बिन, सहस तब गंध एव चलत मोहि। सब में जो जोत है सोए हृदय चानन, सब में चानन होए गुर साखी। जोत प्रगट होए जोत भावे, सो आरती होए। रहाओ सहस तब नैन नैन है तो एको, सहस मूर्त नायक तो ही। सहस पद विवंदन एक पद गंध बिन, सहस तब गंध एव चलत मोहि। सब में जो जोत है सोए हृदय चानन, सब में चानन होए गुर साखी। जोत प्रगट होए जो तिस भावै, सो कर्म कर लोच मनोंदिनो मोहि। आई प्यासा कृपा जल दे, नानक सारंग को हो जाते त्रिनाय बासा। राग गौड़ी पूरी महला चौथा। काम क्रोध नगर पो परया, मन साधु खंडल खंडा है। पूर्व लिखा लिखे गुर पाया, मन हाले मंडल मंडा है। कर साधु अंजलि पुन बड्डा है, कर दंडोत पुन बड्डा है। रहाउ साकत हर साध न जाने, तिन अंतर हूँ मैं कंडा है। जो जो चले हैं चुबह दुख पावै, जम काल सहस डंडा है। हर जन हर हर नाम समाने, दुख जन्म मरण पो खंडा है। अविनाशी प्रग पाया परमेश्वर, बहुत सो खंड ब्रह्मंडा है। हम गरीब मस्कीन प्रभ तेरे, हर राख राख बड़ बड्डा है। जन नानक नाम आधार टेकै, नामे ही सुख मंडा है। राग गौड़ी पूरी महला पंजवा। करो बिनती सुनो मेता, सन टहल की वेला। इहाँ खाड़ चलो हल्ला, आज्ञा संसवेला। औद कटै दिन सरै नारे, मन गुर मिलकात सवारे। रहाओ इस संसार विकार संशय में तरियो ब्रह्म ज्ञानी। जिसे जगाए प्यावे ए रस कत कथा तिन जानी। जाकू आय सोई बिहाजू, हर गुर ते मनै बसेरा। निज कर मैल पाओ सुख सहज, बोर न हो गो फेरा। अंतर जामी प्रभ दाते, श्रद्धा मन की पूरे। नानक दास है सुख मांगे, मुख कर संतन की तूरे। अंतर जामी पुरख विदाते, श्रद्धा मन की पूरे। नानक दास है सुख मांगे, मुख कर संतन की तूरे।